ਕਿਤਾਬ ਖਾੜਕੂ ਸੰਘਰਸ਼ ਦੀ ਸਾਖੀ ਅਣਜਾਣੇ ਅਣਗੌਲੇ ਸਿੱਦਕੀ ਅਤੇ ਯੋਧੇ। ਲੇਖਕ ਭਾਈ ਦਲਜੀਤ ਸਿੰਘ। ਚੌਥੇ ਭਾਗ ਵਿੱਚ ਸੁਣੋ ਸੰਜੀਦਾ ਸਰਪੰਚ ਅਤੇ ਦਿੱਲੀ ਦੀ ਜੰਗਜੂ ਬੀਬੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਜੀਦਾ ਸਰਪੰਚ। ਜਥੇਦਾਰ ਸੁਖਵਿੰਦਰ ਸਿੰਘ ਸੰਘਾ ਨਾਲ ਮੇਰਾ 4 ਕੁ ਵਾਰ ਮੇਲ ਹੋਇਆ। ਉਹ ਗੰਭੀਰ ਅਤੇ ਘੱਟ ਬੋਲਣ ਵਾਲਾ ਸੀ। ਚਿਹਰੇ 'ਤੇ ਜਲਾਲ ਸੀ ਜੋ ਨੇਕ ਅਮਲ ਅਤੇ ਸਿਮਰਨ ਦਾ ਪ੍ਰਗਟਾਅ ਸੀ। ਉਹ ਜਦ ਵੀ ਕਿਸੇ ਅਹਿਮ ਬੈਠਕ ਲਈ ਜਾਂਦਾ ਸੀ, ਉਹਦੇ ਨਾਲ ਇੱਕ ਲੰਬਾ ਚੌੜਾ ਅੱਧ-ਖੜ ਉਮਰ ਦਾ ਅਤੇ ਉਸ ਵਾਂਗ ਹੀ ਗੰਭੀਰ ਸੁਭਾਅ ਦਾ ਸਿੰਘ ਹੁੰਦਾ ਸੀ। ਹਰਮਿੰਦਰ ਸਿੰਘ ਸੁਲਤਾਨਵਿੰਡ ਨੇ ਦੱਸਿਆ ਕਿ ਇਹ ਗੋਇੰਦਵਾਲ ਦੇ ਕੋਲ ਕਿਸੇ ਪਿੰਡ ਦਾ ਸਰਪੰਚ ਹੈ ਅਤੇ ਉਹ ਇਲਾਕੇ ਦੇ ਮੰਨੇ-ਪ੍ਰਮੰਨੇ ਪਰਿਵਾਰ ਵਿੱਚੋਂ ਹੈ। ਉਹ ਬਹੁਤ ਚੜ੍ਹਦੀ ਕਲਾ ਵਾਲਾ ਸਿੰਘ ਹੈ। 6.25 ਫੁੱਟ ਕੱਦ, ਪੱਕੇ ਰੰਗ ਅਤੇ ਭਾਰੇ ਜੁੱਸੇ ਨਾਲ ਉਹ ਆਪਣੀ ਹਾਜ਼ਰੀ ਦਾ ਤਕੜਾ ਅਸਰ ਪਾਉਂਦਾ ਸੀ। ਉਹਦੀ ਗੰਭੀਰ ਸੀਰਤ ਉਹਦੇ ਅਸਰ ਨੂੰ ਹੋਰ ਵਧੇਰੇ ਡੂੰਘਾ ਕਰਦੀ ਸੀ। ਹਰ ਬੈਠਕ ਵਿੱਚ ਉਹ ਬਾਕਾਇਦਾ ਸ਼ਾਮਲ ਹੁੰਦਾ ਸੀ, ਗੱਲਬਾਤ ਨੂੰ ਸਮਝਦਾ ਅਤੇ ਅੱਗੇ ਤੋਰਦਾ ਤੇ ਫਿਰ ਜਥੇਦਾਰ ਵੱਲ ਝਾਕਦਾ ਅਤੇ ਗੱਲ ਅੱਗੇ ਤੋਰਦਾ। ਜਥੇਦਾਰ ਸੰਘਾ ਆਪ ਬਹੁਤ ਘੱਟ ਬੋਲਦਾ ਸੀ। ਸਾਰੀ ਗੱਲਬਾਤ ਉਹ ਸਿੰਘ ਬਹੁਤ ਸਲੀਕੇ ਨਾਲ ਕਰਦਾ ਅਤੇ ਫੈਸਲਾ ਜਥੇਦਾਰ 'ਤੇ ਛੱਡਦਾ ਸੀ। ਮੈਨੂੰ ਉਹਨਾਂ ਦਾ ਇਹ ਤਰੀਕਾ ਬੜਾ ਭਾਇਆ। ਉਹ ਦੋਵੇਂ ਇੱਕ ਜਿਸਮ ਵਾਂਗ ਗੱਲਬਾਤ ਵਿੱਚ ਸ਼ਾਮਲ ਹੁੰਦੇ ਸਨ ਅਤੇ ਬਿਲਕੁਲ ਲੋੜੀਂਦੇ ਸ਼ਬਦ ਹੀ ਵਰਤਦੇ ਸਨ, ਨਾ ਘੱਟ ਨਾ ਵੱਧ। ਜੋ ਵੀ ਬੋਲਣਾ ਉਹਦੇ ਪਿੱਛੇ ਕੋਈ ਵਜ੍ਹਾ ਹੁੰਦੀ। ਸੰਘਾ ਵੀ ਕਾਲਜ ਤੱਕ ਪੜ੍ਹਿਆ ਸੀ, ਉਹ ਵੀ ਪੜ੍ਹਿਆ ਹੋਇਆ ਜਾਪਦਾ ਸੀ। ਹੁਣ ਮੈਂ ਸੋਚਦਾ ਹਾਂ ਉਹ ਸਿੰਘ ਸਿਰੇ ਦੇ ਰਾਜਨੀਤਿਕਾਂ ਵਾਲੀ ਸਮਝ ਰੱਖਦਾ ਸੀ। ਉਹਦੀ ਆਪਣੇ ਆਪ 'ਤੇ ਅਤੇ ਸਾਰੇ ਹਾਲਾਤ 'ਤੇ ਪੂਰੀ ਪਕੜ ਹੁੰਦੀ। ਮੈਨੂੰ ਪਤਾ ਲੱਗਿਆ ਕਿ ਉਹ ਸਿੰਘ ਭਗੌੜਾ ਵੀ ਨਹੀਂ ਸੀ ਅਤੇ ਆਪਣੇ ਇਲਾਕੇ ਦਾ ਮੋਹਤਬਰ ਬੰਦਾ ਸੀ। ਉਹਦੇ ਕੋਲ ਹੋਰ ਜਥੇਬੰਦੀਆਂ ਦੇ ਸਿੰਘ ਵੀ ਆਉਂਦੇ ਸਨ। ਉਹਨਾਂ ਦਿਨਾਂ ਵਿੱਚ ਮਾਝੇ ਵਿੱਚ ਸਿੰਘਾਂ ਦਾ ਦਬਦਬਾ ਸੀ। ਸਾਰੇ ਸਰਪੰਚ ਅਤੇ ਮੋਹਤਬਰ ਉਹਨਾਂ ਨੂੰ ਮਿਲਿਆਂ ਬਗੈਰ ਰਹਿ ਨਹੀਂ ਸਕਦੇ ਸੀ। ਸਿਰਫ ਮਿਲਣ ਅਤੇ ਪ੍ਰਸ਼ਾਦਾ ਛਕਣ ਉੱਤੇ ਸਰਕਾਰ ਸ਼ੱਕ ਨਹੀਂ ਸੀ ਕਰਦੀ, ਕਿਉਂਕਿ ਉਸ ਵੇਲੇ ਇਹ ਸੱਚ ਸੀ ਕਿ ਸਿੰਘਾਂ ਦੇ ਉਲਟ ਜਾ ਕੇ ਉੱਥੇ ਰਹਿਣਾ ਮੁਸ਼ਕਲ ਸੀ। ਆਮ ਤੌਰ ਉੱਤੇ ਮੋਹਤਬਰ ਪਰਿਵਾਰ ਵਿੱਚੋਂ ਹੋਣ ਕਰਕੇ ਪੁਲਿਸ ਬੰਦਿਆਂ ਉੱਤੇ ਸ਼ੱਕ ਨਹੀਂ ਕਰਦੀ ਸੀ। ਇੱਕ ਜਥੇਬੰਦੀ ਨੇ ਕਿਸੇ ਪਿੰਡ ਵਿੱਚ ਕੋਈ ਬੰਦਾ ਮਾਰ ਦਿੱਤਾ ਸੀ ਕਿ ਇਹਨੇ ਸਾਡੇ ਸਿੰਘ ਸ਼ਹੀਦ ਕਰਵਾਏ ਹਨ। ਇੱਕ ਅਹਿਮ ਬੈਠਕ ਵਿੱਚ ਇਸ ਗੱਲ ਉੱਤੇ ਤਲਖੀ ਹੋ ਗਈ, ਕਿਉਂਕਿ ਦੂਸਰੀ ਜਥੇਬੰਦੀ ਦਾ ਕਹਿਣਾ ਸੀ ਕਿ ਉਹ ਬੰਦਾ ਸਹੀ ਸੀ, ਸਾਡਾ ਬੰਦਾ ਸੀ ਅਤੇ ਗਲਤ ਮਾਰਿਆ ਹੈ। ਗੱਲ ਕਿਸੇ ਸਿਰੇ ਨਹੀਂ ਲੱਗ ਰਹੀ ਸੀ, ਤਲਖੀ ਹੋਰ ਵੱਧ ਰਹੀ ਸੀ। ਉਸ ਸਿੰਘ ਨੇ ਬੜੀ ਨਿਮਰਤਾ ਨਾਲ ਦਖਲ ਦਿੱਤਾ ਅਤੇ ਕਿਹਾ, ਸਿੰਘਾਂ ਵਿੱਚ ਇਹੋ ਜਿਹੀ ਹਾਲਤ ਨਹੀਂ ਆਉਣੀ ਚਾਹੀਦੀ। ਜੋ ਹੋਇਆ ਉਹ ਤਾਂ ਹੁਣ ਅਸੀਂ ਨਹੀਂ ਬਦਲ ਸਕਦੇ। ਆਓ ਪੰਥ ਦੇ ਵਡੇਰੇ ਹਿੱਤ ਲਈ ਅੱਗੇ ਤੋਂ ਬੰਨ੍ਹ ਨੂੰ ਬੰਨੀਏ ਕਿ ਅੱਗੇ ਤੋਂ ਇੰਜ ਨਾ ਹੋਵੇ। ਸਰਪੰਚ ਨੇ ਦੱਸਿਆ ਕਿ ਉਹਦੇ ਪਿੰਡ ਅਤੇ ਨਾਲ ਦੇ ਕੁਝ ਪਿੰਡਾਂ ਵਿੱਚ ਉਹਨਾਂ ਨੇ ਗੁਰਮਤੇ ਦੀ ਵਿਧੀ ਰਾਹੀਂ ਪੰਚਾਇਤਾਂ ਬਣਾਈਆਂ ਹਨ। ਇਸ ਕਰਕੇ ਕਿਸੇ ਵੀ ਪਿੰਡ ਬਾਰੇ ਕੋਈ ਵੀ ਕਾਰਵਾਈ ਕਰਨ ਤੋਂ ਪਹਿਲਾਂ ਹਰ ਖਾੜਕੂ ਜਥੇਬੰਦੀ ਉਹ ਪੰਚਾਇਤ ਨਾਲ ਸਲਾਹ ਕਰਦੀ ਹੈ। ਇਹ ਪੰਚਾਇਤਾਂ ਵੋਟਾਂ ਵਾਲੇ ਤਰੀਕੇ ਨਾਲ ਨਹੀਂ ਬਣੀਆਂ ਸਨ, ਜਿਸ ਨੇ ਲੋਕਾਂ ਨੂੰ ਪਾੜਿਆ ਤੇ ਵੰਡਿਆ ਸੀ। ਪੰਥਕ ਰਵਾਇਤ ਅਨੁਸਾਰ ਚੁਣੀ ਹੋਈ ਪੰਚਾਇਤ ਵਿੱਚ ਫੈਸਲਾ ਵੀ ਪੰਥਕ ਜੁਗਤ ਅਨੁਸਾਰ ਹੁੰਦਾ ਹੈ। ਸਰਪੰਚ ਕਹਿਣ ਲੱਗਾ, ਇਹ ਪੰਚਾਇਤੀ ਤਰੀਕੇ ਕਾਰਨ ਹੁਣ ਸਾਡੇ ਇਲਾਕੇ ਵਿੱਚ ਸੁੱਖ ਸਾਂਦ ਹੈ ਤੇ ਸਿੰਘਾਂ ਵਿੱਚ ਆਪਸੀ ਜਾਂ ਲੋਕਾਂ ਨਾਲ ਕੋਈ ਗਲਤਫਹਿਮੀ ਜਾਂ ਵੋਟਾਂ ਵਰਗਾ ਸੌੜਾਪਨ ਸਾੜਾ ਪੈਦਾ ਨਹੀਂ ਹੋਇਆ। ਉਹਦੀ ਗੱਲ ਸਾਰਿਆਂ ਨੇ ਸੁਣੀ ਅਤੇ ਮੰਨਿਆ ਕਿ ਉਹਦਾ ਸੁਝਾਅ ਸਹੀ ਹੈ। ਇਸ ਤਰ੍ਹਾਂ ਗੱਲ ਨਿਬੜੀ। ਇਹ ਪੰਚਾਇਤਾਂ ਕੁਝ ਥਾਵਾਂ 'ਤੇ ਬਣੀਆਂ ਵੀ, ਪਰ ਸਭ ਕੁਝ ਲਾਗੂ ਨਾ ਹੋ ਸਕਿਆ। ਜਥੇਬੰਦੀਆਂ ਦੀ ਇੱਕ ਮਿਲਣੀ ਕਾਲੇ ਕੇ ਪਿੰਡ ਵਿੱਚ ਸੀ। ਮਿਲਣ ਤੋਂ ਬਾਅਦ ਰਾਤੀਂ 10 ਕੁ ਵਜੇ ਜਦੋਂ ਜਾਣ ਲੱਗੇ ਤਾਂ ਸੰਜੋਗਵਸ ਉਹ ਸਿੰਘ ਮੇਰੇ ਕੋਲ ਇਕੱਲਾ ਰਹਿ ਗਿਆ। ਮੈਂ ਉਹਨੂੰ ਪੁੱਛਿਆ ਕਿ ਤੁਸੀਂ ਭਗੌੜੇ ਵੀ ਨਹੀਂ ਹੋ ਤੇ ਸਾਨੂੰ ਸਾਰਿਆਂ ਨੂੰ ਜਥੇਦਾਰ ਨਾਲ ਮਿਲਦੇ ਵੀ ਹੋ। ਇਹ ਤਾਂ ਡਾਢੀ ਜੋਖਮ ਵਾਲੀ ਗੱਲ ਹੈ। ਉਹਨੇ ਗੰਭੀਰ ਸੁਭਾਅ ਮੁਤਾਬਕ ਕਿਹਾ ਕਿ ਤੁਸੀਂ ਸਹੀ ਫਰਮਾਇਆ ਹੈ, ਮੈਂ ਭਗੌੜਾ ਨਹੀਂ ਹਾਂ। ਜਥੇਦਾਰ ਪੰਥ ਦਾ ਸਰਮਾਇਆ ਹੈ, ਉਹਨੂੰ ਮੇਰੇ 'ਤੇ ਮਾਣ ਹੈ। ਇਹ ਗੱਲ ਮੇਰੇ ਲਈ ਬੜੇ ਮਾਣ ਵਾਲੀ ਹੈ। ਮੈਂ ਪੁੱਛਿਆ, ਅੱਗੇ ਬਾਰੇ ਨਹੀਂ ਸੋਚਿਆ? ਉਹਦਾ ਜਵਾਬ ਸੀ ਕਿ ਅੱਗਾ ਕਿਸ ਨੇ ਵੇਖਿਆ ਹੈ, ਬਾਕੀ ਮੈਂ ਤਿਆਰ ਹਾਂ। ਰੱਬ ਜੋ ਕਰੂ ਭਲੀ ਕਰੂ, ਤੁਸੀਂ ਨਿਸ਼ਚਿੰਤ ਰਹੋ। ਕੁਝ ਸਮੇਂ ਬਾਅਦ ਜਥੇਦਾਰ ਸੁਖਵਿੰਦਰ ਸਿੰਘ ਸੰਘਾ ਅਤੇ ਇੱਕ ਹੋਰ ਸਿੰਘ ਸ਼ਹੀਦ ਹੋ ਗਏ। ਮੈਂ ਉਸ ਵਕਤ ਇੱਥੇ ਨਹੀਂ ਸਾਂ। ਜਦੋਂ 92 ਅਪ੍ਰੈਲ ਵਿੱਚ ਵਾਪਸ ਆਇਆ
ਤਾਂ ਚੰਡੀਗੜ੍ਹ ਵਿੱਚ ਜਥੇਦਾਰ ਹਰਮਿੰਦਰ ਸਿੰਘ ਸੁਲਤਾਨਵਿੰਡ ਅਤੇ ਪਰਮਜੀਤ ਸਿੰਘ ਪੰਜਵੜ ਮੁਖੀ KCF ਮਿਲੇ। ਰਾਤ ਸਮੇਂ ਇਕੱਠੇ ਹੀ ਰਹੇ ਤਾਂ ਮੈਂ ਹਰਮਿੰਦਰ ਸਿੰਘ ਤੋਂ ਉਸ ਸਿੰਘ ਬਾਬਤ ਪੁੱਛਿਆ ਤਾਂ ਉਹਨੇ ਕਿਹਾ, ਜਦੋਂ ਤੋਂ ਫੌਜ ਆਈ ਹੈ ਜ਼ੁਲਮ ਹੱਦਾਂ ਬੰਨੇ ਟੱਪ ਗਿਆ ਹੈ, ਸਿੰਘਾਂ ਦਾ ਦਬਦਬਾ ਘਟ ਗਿਆ ਤਾਂ ਪੁਲਿਸ ਨੇ ਸਿੰਘਾਂ ਦੇ ਪਰਿਵਾਰ ਚੁੱਕ ਲਏ ਜਿਨ੍ਹਾਂ ਦਾ ਲੋਕਾਂ ਵਿੱਚ ਸਤਿਕਾਰ ਸੀ। ਕੁਝ ਮਾਰੇ, ਕੁਝ ਭਜਾਏ ਅਤੇ ਕਈਆਂ ਦਾ ਕੁਝ ਵੀ ਪਤਾ ਨਹੀਂ ਲੱਗਿਆ। ਇਹ ਸਰਪੰਚ ਨਾਲ ਵੀ ਇਹੀ ਹੋਇਆ। ਉਸ ਨੂੰ ਪੁਲਿਸ ਅਤੇ ਫੌਜ ਨੇ ਰਲ ਕੇ ਚੁੱਕਿਆ ਤੇ ਫਿਰ ਉਹ ਅਲੋਪ ਹੀ ਹੋ ਗਿਆ। ਉਹਨੂੰ ਕਿਸੇ ਨਹੀਂ ਵੇਖਿਆ ਅਤੇ ਉਹਦੇ ਬਾਰੇ ਕੁਝ ਨਹੀਂ ਸੁਣਿਆ। ਮੈਂ ਸੌਣ ਵੇਲੇ ਉਸ ਡਾਢੇ ਬੰਦੇ ਨੂੰ ਯਾਦ ਕੀਤਾ ਤਾਂ ਮੈਨੂੰ ਉਹਦੇ ਉਹ ਬੋਲ ਚੇਤੇ ਆਏ, ਤੁਸੀਂ ਨਿਸ਼ਚਿੰਤ ਰਹੋ, ਮੈਂ ਤਿਆਰ ਹਾਂ। ਉਹ ਤਾਂ ਤਿਆਰ ਸੀ ਇਸ ਭਿਆਨਕ ਅੰਤ ਅਤੇ ਵਿਰਾਮ ਗੁੰਮਨਾਮੀ ਲਈ। ਸਿੰਘਾਂ ਨੂੰ ਆਉਣ ਵਾਲੀ ਪੀੜ ਉਹਨੇ ਖਿੱਚ ਲਈ ਸੀ। ਉਸ ਵੱਲੋਂ ਪੰਥ ਨਿਸ਼ਚਿੰਤ ਸੀ, ਪਰ ਮੈਨੂੰ ਇੱਕ ਚਿੰਤਾ ਨਹੀਂ ਛੱਡਦੀ ਕਿ ਉਹ ਬੰਦੇ ਜਿਨ੍ਹਾਂ ਨੇ ਪੰਥ ਤੋਂ ਆਪਣਾ ਬੰਦ ਕੁਰਬਾਨ ਕੀਤਾ ਅਤੇ ਪੰਥ ਦੀ ਝੋਲੀ ਉੱਜਲ ਕਿਰਦਾਰ ਪਾਇਆ, ਉਹਨਾਂ ਨੂੰ ਅਸੀਂ ਆਪਣੇ ਚੇਤਿਆਂ ਵਿੱਚੋਂ ਵਿਸਾਰ ਰਹੇ ਹਾਂ। ਜੱਗ ਲਈ ਉਹ ਭਾਵੇਂ ਕੋਈ ਵੀ ਨਾ ਹੋਵੇ, ਪਰ ਉਹ ਪੰਥ ਲਈ ਬਹੁਤ ਖਾਸ ਸੀ। ਉਹ ਜਥੇਬੰਦੀਆਂ ਦੇ ਮੁਖੀਆਂ ਦੀ ਬੈਠਕ ਵਿੱਚ ਬੈਠਦਾ ਸੀ ਤਾਂ ਉਹ ਸਾਡੇ ਕਿਸੇ ਨਾਲੋਂ ਵੀ ਘੱਟ ਨਹੀਂ ਸੀ। ਨਾਂ ਵਾਲਿਆਂ ਨੂੰ ਤੇ ਅਸੀਂ ਯਾਦ ਰੱਖ ਰਹੇ ਹਾਂ, ਜਿਹੜਿਆਂ ਨੂੰ ਨਾਂ ਦੀ ਕੋਈ ਪਰਵਾਹ ਨਹੀਂ ਸੀ ਉਹ ਅਸੀਂ ਕਿਉਂ ਭੁਲਾ ਰਹੇ ਹਾਂ। ਜੇ ਮੈਂ ਉਹਦਾ ਨਾਂ ਪਤਾ ਲੱਭਣਾ ਚਾਹਾਂ ਤਾਂ ਲੱਭਿਆ ਜਾ ਸਕਦਾ ਹੈ, ਪਰ ਉਹ ਅਸਲ ਕਿਰਦਾਰ ਵਜੋਂ ਇਨਾਮ ਰਹਿਣ ਵਾਲੇ ਹਿੱਸੇ ਵਿੱਚੋਂ ਸੀ ਅਤੇ ਰਹੇਗਾ ਵੀ। ਉਹਦੇ ਵਰਗੇ ਹੋਰ ਵੀ ਅਨੇਕਾਂ ਸਨ ਜਿਹੜੇ ਵੱਡੇ ਨਾਮ ਵਾਲਿਆਂ ਨਾਲ ਵਿਚਰੇ, ਉਹਨਾਂ ਦੇ ਨਾਲ ਮੋਢਾ ਜੋੜ ਕੇ ਕੰਮ ਕੀਤਾ। ਉਹਨਾਂ ਨੇ ਨਾਂ ਵਾਲਿਆਂ ਨੂੰ ਵੱਡੇ ਕੀਤਾ ਅਤੇ ਆਪ ਬੇਨਾਮਾਂ ਦੀ ਕਤਾਰ ਵਿੱਚ ਜਾ ਬਿਰਾਜੇ। ਇਹ ਪੰਥ ਦੇ ਇਤਿਹਾਸ ਦਾ ਹੀ ਵਰਤਾਰਾ ਨਹੀਂ ਹੈ, ਸਗੋਂ ਦੁਨੀਆ ਦੇ ਇਤਿਹਾਸ ਦੀਆਂ ਦੋ ਤਹਿਾਂ ਹਨ। ਪਹਿਲੀ ਤਹਿ ਇੱਕ ਨਾਂ ਵਾਲਿਆਂ ਦੀ ਹੈ ਜੋ ਸਭ ਨੂੰ ਵਿਖਾਈ ਦਿੰਦੀ ਹੈ। ਦੂਜੀ ਤਹਿ ਇਨਾਮ ਕਿਰਦਾਰਾਂ ਦੀ ਹੈ। ਜ਼ਿੰਦਗੀ ਦੇ ਅਮਲ ਵਿੱਚ ਇਨਾਮ ਕਿਰਦਾਰਾਂ ਦਾ ਹਿੱਸਾ ਘੱਟ ਨਹੀਂ ਹੁੰਦਾ। ਪਹਿਲੀ ਤਹਿ ਸਾਨੂੰ ਨਾਂ ਵਾਲੇ ਮਹਾਨ ਅਮਲ ਵਾਲੇ ਕਿਰਦਾਰਾਂ ਦੇ ਚਾਨਣ ਮੁਨਾਰੇ ਦਿੰਦੀ ਹੈ। ਦੂਜੀ ਤਹਿ ਸਾਡੇ ਸਾਂਝੇ ਅਮਲ ਦੀ ਮਾਸੂਮੀਅਤ ਨੂੰ ਘੜਦੀ ਹੈ। ਇਹ ਸਿੰਘ ਆਪਣੇ ਕਿਰਦਾਰ ਨਾਲ ਪੰਥ ਦੇ ਸਾਂਝੇ ਕਿਰਦਾਰ ਵਿੱਚ ਹਿੱਸਾ ਪਾ ਗਿਆ। ਦਿੱਲੀ ਦੀ ਜੰਗਜੂ ਬੀਬੀ। ਇਹ ਸਨ 1988 ਦੀਆਂ ਗਰਮੀਆਂ ਦੀ ਗੱਲ ਹੈ। ਮੇਰੇ ਨਾਲ ਬਾਬਾ ਸੁਰਿੰਦਰ ਸਿੰਘ ਫੈਡਰੇਸ਼ਨ ਅਤੇ ਲਿਬਰੇਸ਼ਨ ਨਾਲ ਸਾਂਝੇ ਵਿਚਰਦੇ ਸੀ। ਗੁਰਨਾਮ ਸਿੰਘ ਨਿੱਕਾ ਬਾਬਾ KLF ਤੇ ਅਵਤਾਰ ਸਿੰਘ ਦਾਊ ਮਾਜਰਾ ਸਨ। ਅਸੀਂ ਲੁਧਿਆਣੇ ਤੋਂ ਚੰਡੀਗੜ੍ਹ ਜਾ ਰਹੇ ਸੀ ਤੇ ਰਾਹ ਵਿੱਚ ਚਾਹ ਪੀਣ ਲਈ ਰੁਕ ਗਏ, ਕਿਉਂਕਿ ਇਸ ਢਾਬੇ ਉੱਤੇ ਬਾਬਾ ਸੁਰਿੰਦਰ ਸਿੰਘ ਤੇ ਗੁਰਨਾਮ ਸਿੰਘ ਨੇ ਕਿਸੇ ਨੂੰ ਮਿਲਣਾ ਸੀ। ਮੈਂ ਟਰੱਕ ਵਿੱਚ ਬੈਠਾ ਰਿਹਾ, ਜਦ ਕਿ ਬਾਬਾ ਤੇ ਗੁਰਨਾਮ ਸਿੰਘ ਬਾਹਰ ਬੈਠ ਕੇ ਚਾਹ ਪੀਣ ਲੱਗ ਪਏ। ਕੁਝ ਮਿੰਟਾਂ ਬਾਅਦ ਉਹਨਾਂ ਨੂੰ ਉਹ ਸਿੰਘ ਸਕੂਟਰ 'ਤੇ ਮਿਲਣ ਲਈ ਆ ਗਿਆ। ਉਸ ਨਾਲ ਇੱਕ 30 ਕੁ ਸਾਲ ਦੀ ਪਤਲੇ ਜਿਹੇ ਸਰੀਰ, ਦਰਮਿਆਨੇ ਕੱਦ, ਸਾਂਵਲੇ ਰੰਗ ਦੀ ਬੀਬੀ ਸੀ। ਉਸ ਨਾਲ 3-4 ਸਾਲ ਦਾ ਬੱਚਾ ਸੀ। ਉਸ ਨੇ ਇੱਕ ਬੈਗ ਚੁੱਕਿਆ ਹੋਇਆ ਸੀ। ਅੱਧਾ ਕੁ ਘੰਟਾ ਉਹਨਾਂ ਗੱਲਬਾਤ ਕੀਤੀ ਤੇ ਫਿਰ ਉਹ ਚਲੇ ਗਏ। ਅਸੀਂ ਵੀ ਚੰਡੀਗੜ੍ਹ ਵੱਲ ਨੂੰ ਤੁਰ ਪਏ ਤੇ ਦੋਵੇਂ ਬਾਬਿਆਂ ਨੇ ਰਾਹ ਵਿੱਚ ਦੱਸਿਆ ਕਿ ਇਹ ਫਿਰੋਜ਼ਪੁਰ ਵੱਲ ਦਾ ਭਗੌੜਾ ਸਿੰਘ ਹੈ। ਇਹ ਚੰਗਾ ਬੰਦਾ ਹੈ। ਇਹਨਾਂ ਨੇ ਇੱਕ ਛੋਟੀ ਜਿਹੀ ਜਥੇਬੰਦੀ ਬਣਾਈ ਹੈ। ਇਹ ਆਜ਼ਾਦ ਤੌਰ 'ਤੇ ਕੰਮ ਕਰਦੇ ਹਨ। ਇਹ ਬੀਬੀ ਬੜੀ ਕਮਾਲ ਦੀ ਔਰਤ ਹੈ। ਇਸ ਨੇ ਬਹੁਤ ਕੰਮ ਸਿਰੇ ਚੜ੍ਹਾਏ ਹਨ। ਪੁਲਿਸ ਅਤੇ ਖੁਫੀਆ ਮਹਿਕਮੇ ਇਸ ਦੀ ਬਹੁਤ ਭਾਲ ਵਿੱਚ ਹਨ। ਇਸ ਬਾਰੇ ਕਿਸੇ ਨੂੰ ਕੁਝ ਪਤਾ ਨਹੀਂ। ਇੰਨਾ ਹੀ ਪਤਾ ਹੈ ਕਿ ਇਸ ਨਾਲ ਇੱਕ ਬੱਚਾ ਹੈ। ਸਰੀਰ ਪਤਲਾ ਤੇ ਰੰਗ ਸਾਂਵਲਾ ਹੈ। ਇਸ ਬੀਬੀ ਦਾ ਮਾਝੇ ਦੇ ਕੁਝ ਸਿੰਘਾਂ ਨਾਲ ਵੀ ਰਾਬਤਾ ਹੈ। ਕੁਝ ਸਮਾਂ ਇਹ ਮਾਝੇ ਵਿੱਚ ਰਹਿੰਦੀ ਹੈ ਤੇ ਕੁਝ ਸਮਾਂ ਮਾਲਵੇ ਵਿੱਚ ਇਹਨਾਂ ਸਿੰਘਾਂ ਦੀਆਂ ਠਾਰਾਂ 'ਤੇ। ਫਰੀਦਕੋਟ ਵੱਲ ਇੱਕ ਸਾਂਝੀ ਠਾਰ 'ਤੇ ਵੀ ਇਹ ਆਪਣਾ ਕੁਝ ਸਮਾਂ ਕੱਟ ਲੈਂਦੀ ਹੈ ਤੇ ਬਾਬਾ ਸੁਰਿੰਦਰ ਸਿੰਘ ਜੀ ਹੋਰੀ ਉੱਥੇ ਹੀ ਇਸ ਨੂੰ ਮਿਲੇ ਸਨ। ਇਸ ਦਾ ਕਿਸੇ ਜਥੇਬੰਦੀ ਨਾਲ ਕੋਈ ਸਬੰਧ ਨਹੀਂ ਹੈ। ਇਹ ਕਿਸੇ ਦੀ ਵੀ ਮਦਦ ਕਰ ਦਿੰਦੀ ਹੈ ਜੋ ਸਰਕਾਰ ਖਿਲਾਫ ਜੂਝ ਰਿਹਾ ਹੈ। ਨਵੰਬਰ 84 ਦੇ ਦਿੱਲੀ ਕਤਲੇਆਮ ਸਮੇਂ ਇਹਦਾ ਸਾਰਾ ਪਰਿਵਾਰ ਮਾਰ ਦਿੱਤਾ ਗਿਆ ਸੀ। ਸਾਰਿਆਂ ਨੂੰ ਘਰ ਵਿੱਚ ਹੀ ਸਾੜ ਦਿੱਤਾ ਸੀ। ਇਹ ਆਪਣੇ ਬੱਚੇ ਨਾਲ ਉਸ ਵਕਤ ਕਿਤੇ ਬਾਹਰ ਗਈ ਹੋਈ ਸੀ। ਜਦੋਂ ਕੁਝ ਦਿਨਾਂ ਬਾਅਦ ਇਹ ਪਰਤੀ ਤਾਂ ਉਹਦਾ ਘਰ ਸ਼ਮਸ਼ਾਨ ਦਾ ਰੂਪ ਧਾਰ ਚੁੱਕਿਆ ਸੀ। ਇਹ ਮਿਹਨਤ ਮਜ਼ਦੂਰੀ ਕਰਨ ਵਾਲੇ ਗਰੀਬ ਸਿੱਖਾਂ ਦਾ ਘਰ ਸੀ। ਸ਼ਾਇਦ ਇਹ ਸਿਕਲੀਗਰ ਸਿੱਖ ਸਨ ਜੋ ਦਿੱਲੀ ਵਿੱਚ ਵਸ ਗਏ ਤੇ ਛੋਟੇ-ਮੋਟੇ ਕੰਮ ਕਰਦੇ ਸਨ। ਕਾਤਲ ਭੀੜ ਨੇ ਇਸ ਦੇ ਪਤੀ, ਸੱਸ ਸਹੁਰਾ ਤੇ ਪਰਿਵਾਰ ਦੇ 7-8 ਹੋਰ ਜੀਆਂ ਨੂੰ ਘਰ ਵਿੱਚ ਹੀ ਕਤਲ ਕੀਤਾ
ਤੇ ਫਿਰ ਸਭ ਨੂੰ ਇਕੱਠਿਆਂ ਕਰਕੇ ਅੱਗ ਲਾ ਦਿੱਤੀ। ਜਦੋਂ ਇਹ ਵਾਪਸ ਆਈ ਤਾਂ ਉੱਥੇ ਕੁਝ ਹੱਡੀਆਂ ਤੇ ਸੜਾਂਦ ਮਾਰਦਾ ਕੁਝ ਅੱਧ ਸੜਿਆ ਮਾਸ ਬਚਿਆ ਹੋਇਆ ਸੀ। ਇਹ ਡਰ ਤੇ ਦੁੱਖ ਨਾਲ ਬੇਹੋਸ਼ ਹੋ ਕੇ ਡਿੱਗ ਗਏ। ਲੋਕਾਂ ਨੇ ਇਸ ਨੂੰ ਹੋਸ਼ ਵਿੱਚ ਲਿਆਂਦਾ ਤੇ ਇਹਨਾਂ ਨੇ ਲੱਕੜਾਂ ਲਿਆ ਕੇ ਇੱਥੇ ਬਚੇ ਹੋਏ ਸਰੀਰ ਦੇ ਹਿੱਸਿਆਂ ਦਾ ਦੁਬਾਰਾ ਸੰਸਕਾਰ ਕੀਤਾ। ਫਿਰ ਲੋਕਾਂ ਨੇ ਇਹ ਕਿਸੇ ਕੈਂਪ ਵਿੱਚ ਛੱਡ ਦਿੱਤਾ, ਜਿੱਥੇ ਇਹ ਕੁਝ ਮਹੀਨੇ ਰਹੀ। ਹਰ ਕੋਈ ਦੁਖੀ ਤੇ ਹਰ ਇੱਕ ਨੇ ਬਹੁਤ ਕੁਝ ਖੋਇਆ ਤੇ ਅੱਖੀਂ ਦੇਖਿਆ ਸੀ। ਸਭ ਸਾਂਝੇ ਰੂਪ ਵਿੱਚ ਹੀ ਦੁੱਖ ਹੰਢਾ ਰਹੇ ਸਨ। ਲੋਕ ਆ ਕੇ ਹਮਦਰਦੀ ਕਰਦੇ ਸਨ ਅਤੇ ਮਦਦ ਕਰਦੇ ਸਨ। ਕੁਝ ਦਿਨਾਂ ਬਾਅਦ ਇਹ ਉਸ ਗਹਿਰੇ ਸਦਮੇ ਵਿੱਚੋਂ ਬਾਹਰ ਨਿਕਲੀ ਤੇ ਆਪਣੇ ਆਲੇ ਦੁਆਲੇ ਨੂੰ ਸਮਝਣ ਲੱਗੀ। ਉੱਥੇ ਸਵੇਰੇ ਸ਼ਾਮ ਸਾਂਝੇ ਰੂਪ ਵਿੱਚ ਪਾਠ ਹੁੰਦਾ ਸੀ। ਪਹਿਲਾਂ ਇਹਨੇ ਕਦੀ ਪਾਠ ਨਹੀਂ ਸੀ ਕੀਤਾ। ਇਸ ਨੂੰ ਪਾਠ ਵੀ ਹਿੰਦੀ ਵਿੱਚ ਹੀ ਪੜ੍ਹਨਾ ਆਉਂਦਾ ਸੀ। ਇਹ ਹਿੰਦੀ ਵਿੱਚ ਮਿਲੇ ਜੁਲੇ ਪੰਜਾਬੀ ਸ਼ਬਦ ਬੋਲਦੀ ਸੀ। ਹੁਣ ਇਹ ਪਾਠ ਤੇ ਕੀਰਤਨ ਸੁਣਨ ਲੱਗ ਪਈ। ਇੱਥੇ ਇਸ ਨੂੰ ਆਰਾਮ ਤੇ ਧਰਵਾਸ ਮਿਲਦਾ ਸੀ। ਕਿਸੇ ਨੇ ਇਹਨੂੰ ਹਿੰਦੀ ਵਾਲਾ ਗੁਟਕਾ ਸਾਹਿਬ ਲਿਆ ਦਿੱਤਾ, ਜੋ ਹੁਣ ਵੀ ਸਦਾ ਆਪਣੇ ਨਾਲ ਝੋਲੇ ਵਿੱਚ ਰੱਖਦੀ ਹੈ। ਗੁਰਬਾਣੀ ਨੇ ਇਸ ਨੂੰ ਨਵਾਂ ਜੀਵਨ ਦੇ ਦਿੱਤਾ। ਇਹ ਆਪਣਾ ਤੇ ਆਪਣੇ ਬੱਚੇ ਦਾ ਮੁੜ ਖਿਆਲ ਰੱਖਣ ਲੱਗ ਪਈ। ਲੋਕਾਂ ਨੇ ਬਹੁਤ ਮਦਦ ਕੀਤੀ। ਦੂਰ ਦੇ ਰਿਸ਼ਤੇਦਾਰ ਵੀ ਆ ਮਿਲੇ ਤੇ ਉਹਨਾਂ ਨੇ ਜੀਵਨ ਵਿੱਚ ਅੱਗੇ ਤੁਰਨ ਦੀ ਗੱਲ ਕੀਤੀ। ਪਿਛਲਾ ਭੁਲਾਉਣ ਬਾਰੇ ਵੀ ਕਿਹਾ। ਕੁਝ ਸਮਾਂ ਇਹ ਆਪਣੇ ਰਿਸ਼ਤੇਦਾਰਾਂ ਕੋਲ ਵੀ ਚਲੇ ਗਈ, ਪਰ ਉੱਥੇ ਇਹਦਾ ਮਨ ਨਹੀਂ ਸੀ ਠਹਿਰਿਆ, ਕਿਉਂਕਿ ਬਹੁਤ ਡਰੇ ਹੋਏ ਸਨ ਤੇ ਸਾਰਾ ਕੁਝ ਭੁੱਲ ਜਾਣ ਲਈ ਕਹਿ ਰਹੇ ਸਨ। ਆਪਣੇ ਪਤੀ ਦਾ ਅੱਧ ਸੜਿਆ ਸਰੀਰ ਨਹੀਂ ਭੁਲਾ ਸਕੀ ਸੀ ਅਤੇ ਹੁਣ ਇਸ ਨੂੰ ਕੋਈ ਡਰ ਰਿਹਾ ਨਹੀਂ ਸੀ। ਮੌਤ ਦੇ ਭਿਅੰਕਰ ਰੂਪ ਨਾਲ ਇਹ ਇਕਸਾਰ ਹੋ ਚੁੱਕੀ ਸੀ। ਹੁਣ ਮੌਤ ਇਸ ਨੂੰ ਕੁਝ ਨਹੀਂ ਸੀ ਕਹਿੰਦੀ, ਬਲਕਿ ਇਸ ਨੂੰ ਲੱਗਦਾ ਸੀ ਕਿ ਮੌਤ ਇਸ ਦੇ ਨਾਲ ਹੀ ਰਹਿਣ ਲੱਗ ਪਈ। ਇਹ ਉੱਥੋਂ ਫਿਰ ਸ਼ਰਨਗਾਹ ਵਿੱਚ ਆ ਗਈ। ਉੱਥੋਂ ਸ੍ਰੀ ਅੰਮ੍ਰਿਤਸਰ ਦੇ ਕਿਸੇ ਪਿੰਡ ਦੀ ਪੰਚਾਇਤ ਨੇ ਇਸ ਦੇ ਸਮੇਤ ਕੁਝ ਹੋਰ ਲੋਕਾਂ ਨੂੰ ਆਪਣੇ ਪਿੰਡ ਲੈ ਆਂਦਾ। ਉੱਥੇ ਇਹਨਾਂ ਦੇ ਰਹਿਣ ਦਾ ਪ੍ਰਬੰਧ ਕਰ ਦਿੱਤਾ। ਮਾਝੇ ਦੇ ਪਿੰਡਾਂ ਦੀ ਖੁੱਲ੍ਹੀ ਹਵਾ ਵਿੱਚ ਇਸ ਨੂੰ ਚੰਗਾ ਲੱਗਿਆ ਤੇ ਲੋਕ ਵੀ ਬਹੁਤ ਚੰਗੇ ਲੱਗੇ, ਜੋ ਸਦਾ ਖਿਆਲ ਰੱਖਦੇ ਸੀ, ਪਿਆਰ ਅਤੇ ਇੱਜ਼ਤ ਦਿੰਦੇ ਸੀ। ਇਸ ਨੂੰ ਲੱਗਿਆ ਕਿ ਹੁਣ ਇਹ ਆਪਣੇ ਲੋਕਾਂ ਵਿੱਚ ਆ ਗਈ ਹੈ, ਇਸ ਦੀ ਜਗ੍ਹਾ ਇੱਥੇ ਹੀ ਹੈ। ਉਸ ਨੂੰ ਪੰਥ ਨਾਲ ਪਿਆਰ ਪੈ ਗਿਆ ਸੀ। ਜਿਹੜੀ ਗੱਲ ਉਸ ਨੂੰ ਸਭ ਤੋਂ ਚੰਗੀ ਲੱਗੀ ਉਹ ਸੀ ਕਿ ਇਹਨਾਂ ਲੋਕਾਂ ਵਿੱਚ ਡਰ ਨਹੀਂ ਹੈ, ਬਲਕਿ ਸਰਕਾਰ ਵਿਰੁੱਧ ਜੂਝਣ ਦੀ ਤਮੰਨਾ ਹੈ। ਇੱਥੇ ਆ ਕੇ ਇਸ ਨੂੰ ਸਮਝ ਲੱਗੀ ਕਿ ਹੁਣ ਉਹਦੇ ਜੀਵਨ ਦਾ ਅਸਲੀ ਮਤਲਬ ਦੁਸ਼ਮਣ ਨਾਲ ਜੂਝਣਾ ਹੈ, ਉਸ ਨੂੰ ਮੋੜਵਾਂ ਜਵਾਬ ਦੇਣਾ ਹੈ ਤੇ ਉਸ ਨੂੰ ਮੌਤ ਦੇ ਸਨਮੁਖ ਕਰਨਾ ਹੈ, ਜਿਸ ਨੇ ਉਸ ਦਾ ਘਰ ਪਰਿਵਾਰ ਖਾ ਲਿਆ ਸੀ। ਇੱਥੇ ਪਿੰਡ ਵਿੱਚ ਹੀ ਇਸ ਨੂੰ ਕੁਝ ਖਾੜਕੂ ਸਿੰਘ ਮਿਲੇ। ਉਹਨਾਂ ਨੂੰ ਇਸ ਦੀ ਕਹਾਣੀ ਨੇ ਬਹੁਤ ਪ੍ਰਭਾਵਿਤ ਕੀਤਾ। ਇਸ ਨੇ ਦੁਸ਼ਮਣ ਖਿਲਾਫ ਕਾਰਵਾਈਆਂ ਵਿੱਚ ਸੇਵਾ ਦੀ ਖਾਹਿਸ਼ ਰੱਖੀ ਤਾਂ ਉਹਨਾਂ ਨੇ ਇਸ ਦੀ ਗੱਲ ਮੰਨ ਲਈ। ਹੁਣ ਇਹ ਸਿੰਘਾਂ ਦੇ ਸ਼ਸਤਰ ਤੇ ਗੋਲੀ ਸਿੱਕਾ ਇੱਕ ਥਾਂ ਤੋਂ ਦੂਸਰੀ ਥਾਂ ਪਹੁੰਚਾਉਣ ਦਾ ਕੰਮ ਕਰਨ ਲੱਗ ਪਈ, ਕਿਉਂਕਿ ਇਹਨੂੰ ਕੋਈ ਡਰ ਨਹੀਂ ਸੀ ਲੱਗਦਾ। ਇਹ ਬੱਸਾਂ, ਰੇਲਾਂ, ਰਿਕਸ਼ਿਆਂ, ਟੈਕਸੀਆਂ ਰਾਹੀਂ ਸਿੰਘਾਂ ਦਾ ਸਮਾਨ ਦੱਸੀ ਹੋਈ ਥਾਂ ਉੱਤੇ ਪਹੁੰਚਾ ਦਿੰਦੀ। ਇਹਨੂੰ ਹਰ ਕੰਮ ਕਰਕੇ ਸਕੂਨ ਮਿਲਦਾ ਸੀ ਕਿ ਇਹਨੇ ਕੁਝ ਕੀਤਾ ਹੈ। ਫਿਰ ਜੰਗ ਵਿੱਚ ਉਹਦਾ ਹਿੱਸਾ ਵਧਣ ਲੱਗਾ। ਇੱਕ ਦਿਨ ਸ੍ਰੀ ਅੰਮ੍ਰਿਤਸਰ ਦੇ ਸੰਘਣੇ ਸ਼ਹਿਰੀ ਇਲਾਕੇ ਵਿੱਚ ਇਸ ਨੇ ਬੰਬ ਰੱਖਿਆ। ਇਹ ਇਲਾਕਾ ਹਿੰਦੂਤਵੀ ਫਾਸ਼ੀਵਾਦੀ ਧੜਿਆਂ ਦਾ ਗੜ੍ਹ ਸੀ। ਧਮਾਕਾ ਬਹੁਤ ਵੱਡਾ ਹੋਇਆ ਅਤੇ ਬਹੁਤ ਬੰਦੇ ਮਾਰੇ ਗਏ। ਇਹ ਬੀਬੀ ਧਮਾਕੇ ਤੋਂ ਬਾਅਦ ਉੱਥੇ ਸਭ ਕੁਝ ਦੇਖਣ ਗਈ। ਦੁਸ਼ਮਣ ਦੇ ਘੇਰੇ ਵਿੱਚ ਮੌਤ ਦਾ ਨਾਚ ਇਸ ਨੂੰ ਮੋੜਵੀਂ ਜੰਗ ਦੀ ਸ਼ੁਰੂਆਤ ਲੱਗਿਆ। ਇਹਨੂੰ ਤਸੱਲੀ ਹੋਈ ਕਿ ਦੁਸ਼ਮਣ ਦੀ ਭਾਜੀ ਦੀ ਪਹਿਲੀ ਕਿਸ਼ਤ ਮੋੜੀ ਹੈ। ਇਸ ਤੋਂ ਬਾਅਦ ਇਹ ਬੀਬੀ ਨੇ ਪੰਜਾਬ, ਹਰਿਆਣੇ ਤੇ ਦਿੱਲੀ ਵਿੱਚ ਕਈ ਥਾਈਂ ਬੰਬ ਰੱਖੇ, ਜਿਨ੍ਹਾਂ ਨੇ ਤਹਿਲਕਾ ਮਚਾ ਦਿੱਤਾ। ਹੁਣ ਇਸ ਦੇ ਸਿੰਘਾਂ ਦੇ ਕਈ ਜਥਿਆਂ ਨਾਲ ਸੰਬੰਧ ਹੋ ਗਏ। ਇਹਨੂੰ ਹਰ ਵੇਲੇ ਕੰਮ ਕਰਨ ਦੀ ਤਾਂਘ ਰਹਿੰਦੀ ਸੀ। ਹੁਣ ਤੱਕ ਪੁਲਿਸ ਤੇ ਖੁਫੀਆ ਮਹਿਕਮੇ ਵਾਲਿਆਂ ਨੂੰ ਪਤਾ ਲੱਗ ਗਿਆ ਸੀ ਕਿ ਇਹੋ ਜਿਹੀ ਬੀਬੀ ਹੈ ਜਿਸ ਕੋਲ ਇੱਕ ਬੱਚਾ ਹੈ। ਬਹੁਤੇ ਬੰਬ ਧਮਾਕਿਆਂ ਵਿੱਚ ਉਸ ਦਾ ਹੱਥ ਹੈ। ਇਸ ਦੀ ਪੁਲਿਸ ਨਾਲੋਂ ਵੱਧ ਖੁਫੀਆ ਮਹਿਕਮਿਆਂ ਵੱਲੋਂ ਸਭ ਥਾਈਂ ਤਲਾਸ਼ ਹੋ ਰਹੀ ਸੀ। ਅਵਤਾਰ ਸਿੰਘ ਦਊ ਮਾਜਰਾ ਨੇ ਕਿਹਾ, ਆਪਾਂ ਨੂੰ ਇਸ ਬੀਬੀ ਨੂੰ ਸੁਰੱਖਿਅਤ ਕਰਨਾ ਚਾਹੀਦਾ ਹੈ, ਖਾਸ ਕਰਕੇ ਇਸ ਦੇ ਬੱਚੇ ਨੂੰ। ਬਾਬਾ ਸੁਰਿੰਦਰ ਸਿੰਘ ਨੇ ਦੱਸਿਆ ਕਿ ਉਸ ਨੇ ਬੀਬੀ ਨੂੰ ਇਹ ਸੁਝਾਅ ਦਿੱਤਾ ਸੀ ਕਿ ਅਸੀਂ ਤੁਹਾਡਾ ਪ੍ਰਬੰਧ ਕਰ ਸਕਦੇ ਹਾਂ। ਉਸ ਨੂੰ ਇਹ ਗੱਲ ਚੰਗੀ ਲੱਗੀ ਕਿ ਜਥੇਦਾਰ ਗੁਰਜੰਟ ਸਿੰਘ ਨੇ ਉਸ ਬਾਰੇ ਫਿਕਰ ਕੀਤਾ ਹੈ, ਪਰ ਉਸਨੇ ਕੋਈ ਮਦਦ ਪ੍ਰਵਾਨ ਨਹੀਂ ਕੀਤੀ। ਸਗੋਂ ਉੱਪਰੋਂ ਇਹ ਕਿਹਾ ਕਿ ਮੇਰੇ ਲਾਇਕ ਕੋਈ ਸੇਵਾ ਹੋਵੇ ਤਾਂ ਮੈਂ ਹਾਜ਼ਰ ਹਾਂ। ਹੁਣ ਉਹ ਕੰਮ ਅਤੇ ਖਤਰੇ ਬਿਨਾਂ ਜਿਉ ਨਹੀਂ ਸਕਦੀ। ਉਹ ਆਪਣੇ ਕੋਲ ਹੋਰ ਕੋਈ ਸ਼ਸਤਰ ਨਹੀਂ ਸੀ ਰੱਖਦੀ
ਪਰ ਇੱਕ ਹੱਥ ਗੋਲਾ ਸਦਾ ਆਪਣੇ ਕੋਲ ਰੱਖਦੀ ਸੀ। ਉਸ ਦੇ ਝੋਲੇ ਵਿੱਚ ਇੱਕ ਪਾਸੇ ਉਹ ਹਿੰਦੀ ਵਾਲਾ ਗੁਟਕਾ ਸਾਹਿਬ ਤੇ ਦੂਜੇ ਪਾਸੇ ਹੱਥ ਗੋਲਾ ਹੁੰਦਾ ਸੀ। ਉਹਦਾ ਜੰਗੀ ਸਮਾਨ ਸਾਈਨਾਈਡ ਦੀ ਪੁੜੀ ਅਤੇ ਇੱਕ ਹੱਥ ਗੋਲਾ ਸਨ। ਪਤਾ ਨਹੀਂ ਸੁੱਤੇ ਸਿੱਧ ਜਾਂ ਕਿਸੇ ਕੋਲੋਂ ਸੁਣ ਕੇ ਉਹਨੇ ਧੰਨਾ ਸਿੰਘ ਬੱਬਰ ਅਕਾਲੀ ਵਾਂਗ ਹੱਥ ਗੋਲੇ ਨੂੰ ਪੱਕਾ ਸਾਥੀ ਬਣਾਇਆ ਹੋਇਆ ਸੀ। ਉਸ ਦਾ ਮੰਨਣਾ ਸੀ ਕਿ ਜਦੋਂ ਉਹ ਫੜੀ ਗਈ ਤਾਂ ਫੜਨ ਵਾਲੇ ਵੀ ਉਸ ਦੇ ਨਾਲ ਹੀ ਉੱਡਣਗੇ। ਬਹੁਤੀ ਵਾਰ ਉਹ ਧਮਾਕੇ ਵਾਲੀ ਥਾਂ ਦੇਖਣ ਜਾਇਆ ਕਰਦੀ ਸੀ। ਧਮਾਕੇ, ਕਾਰਵਾਈਆਂ ਅਤੇ ਜੋਖਮ ਉਠਾਉਣਾ ਹੁਣ ਉਹਦੇ ਜੀਵਨ ਦੇ ਚਾਲਕ ਬਣ ਗਏ ਸਨ। ਕੋਈ ਦਿਨ ਇਹਨਾਂ ਤੋਂ ਬਿਨਾਂ ਬੀਤ ਜਾਣ 'ਤੇ ਉਸ ਨੂੰ ਅਚਵੀ ਜਿਹੀ ਲੱਗ ਜਾਂਦੀ ਸੀ। ਉਹ ਹਮਲੇ ਕਰਨ ਅਤੇ ਮੌਤ ਦੇ ਜੋਖਮ ਨੂੰ ਉਡੀਕਦੀ ਰਹਿੰਦੀ ਸੀ। ਜ਼ਿੰਦਗੀ ਵਿੱਚ ਉਸ ਦੇ ਕੋਈ ਹੋਰ ਚਾਅ ਨਹੀਂ ਸੀ ਰਹਿ ਗਏ। ਹਾਂ, ਉਹ ਆਪਣੇ ਬੱਚੇ ਨੂੰ ਕੋਲ ਬਿਠਾ ਕੇ ਪਾਠ ਕਰਦੀ ਸੀ ਜਾਂ ਗੁਰੂ ਘਰ ਵਿੱਚ ਜਾ ਕੇ ਕੀਰਤਨ ਸੁਣਦੀ ਸੀ। ਖਾਣ ਦਾ, ਪੀਣ ਦਾ, ਪਹਿਨਣ ਦਾ ਜਾਂ ਦੁਨੀਆ ਦੀ ਕਿਸੇ ਹੋਰ ਚੀਜ਼ ਦਾ ਉਸ ਨੂੰ ਕੋਈ ਚਾਅ ਨਹੀਂ ਸੀ। ਦੁਸ਼ਮਣ ਪ੍ਰਤੀ ਰੋਹ, ਜੰਗ, ਖਤਰਾ, ਧਮਾਕਾ, ਮੌਤ ਇਹੀ ਉਸ ਦੇ ਚਾਅ ਸਨ। ਅਸੀਂ ਉਹਦੀਆਂ ਗੱਲਾਂ ਕਰਦਿਆਂ ਚੰਡੀਗੜ੍ਹ ਅੱਪੜ ਗਏ। ਉਸ ਬੀਬੀ ਬਾਰੇ ਸੁਣ ਕੇ ਮੇਰੇ ਦਿਲ ਉੱਤੇ ਡੂੰਘਾ ਪ੍ਰਭਾਵ ਪਿਆ। ਉਹਦੀ ਸਾਂਵਲੀ ਪਤਲੀ ਜਿਹੀ ਬਣਤਰ ਨਾਲ ਉਹਦਾ ਬੱਚਾ ਮੇਰੀ ਯਾਦ ਵਿੱਚ ਵਸ ਗਿਆ। ਦੇਖੋ, ਜ਼ੁਲਮ ਅਤੇ ਮੌਤ ਨੇ ਇੱਕ ਸਧਾਰਨ ਜਿਹੀ ਬੀਬੀ ਨੂੰ ਕਿਹੋ ਜਿਹੀ ਸ਼ਖਸੀਅਤ ਤੇ ਸ਼ਕਤੀ ਵਿੱਚ ਤਬਦੀਲ ਕਰ ਦਿੱਤਾ। ਸਟੇਟ ਅਤੇ ਹਿੰਦੂ ਫਾਸ਼ੀਵਾਦੀਆਂ ਦੀ ਬਰਬਰਤਾ ਅਤੇ ਨਿਰਦਈਪੁਣੇ ਨੇ ਲੋਕਾਈ ਦੇ ਕਿੱਡੇ ਵੱਡੇ ਹਿੱਸੇ ਤੋਂ ਪਹਿਲਾਂ ਉਹਨਾਂ ਦੇ ਪਿਆਰਿਆਂ ਨੂੰ ਖੋਇਆ ਅਤੇ ਫਿਰ ਉਹਨਾਂ ਕੋਲੋਂ ਜੀਵਨ ਦਾ ਚਾਅ ਵੀ ਖੋਹ ਲਿਆ। ਇੱਕ ਸੁਭਕ, ਸੁਸ਼ੀਲ ਜਿਹੀ ਕੁੜੀ ਨੂੰ ਮੌਤ ਦਾ ਹੀ ਰੂਪ ਦੇ ਦਿੱਤਾ। ਉਸ ਤੋਂ ਬਾਅਦ ਮੈਂ ਉਸ ਬੀਬੀ ਬਾਰੇ ਕਦੀ ਨਹੀਂ ਸੁਣਿਆ। ਸਮੇਂ ਨਾਲ ਮੇਰੇ ਨਾਲ ਦੇ ਤਿੰਨੇ ਸਿੰਘ ਵੀ ਗੁਰੂ ਨੂੰ ਪਿਆਰੇ ਹੋ ਗਏ ਅਤੇ ਬੀਬੀ ਦੇ ਸੰਪਰਕ ਵਾਲੇ ਸਿੰਘ ਵੀ ਅੱਗੇ ਤੁਰ ਗਏ। ਪਤਾ ਨਹੀਂ ਉਹ ਬੀਬੀ ਨਾਲ ਕੀ ਹੋਇਆ ਹੋਵੇਗਾ। ਉਹ ਕਿਸੇ ਧਮਾਕੇ ਵਿੱਚ ਹੀ ਮਾਰੀ ਗਈ ਹੋਵੇਗੀ ਜਾਂ ਪੁਲਿਸ ਨੇ ਉਸ ਨੂੰ ਫੜ ਕੇ ਅਤ ਜ਼ਾਲਮ ਤਰੀਕੇ ਨਾਲ ਮਾਰਿਆ ਹੋਵੇਗਾ, ਕਿਉਂਕਿ ਪੁਲਿਸ ਵਾਲੇ ਉਸ ਤੋਂ ਬਹੁਤ ਔਖੇ ਸਨ ਤੇ ਉਸ ਨੂੰ ਬਹੁਤ ਲੱਭ ਰਹੇ ਸੀ। ਜਾਂ ਫਿਰ ਉਹ ਆਪਣੀ ਇੱਛਾ ਅਨੁਸਾਰ ਆਪਣੇ ਦੁਸ਼ਮਣਾਂ ਨੂੰ ਨਾਲ ਲੈ ਕੇ ਉੱਡ ਗਈ ਹੋਵੇਗੀ। ਇਸ ਤੋਂ ਇਲਾਵਾ ਮੈਨੂੰ ਨਹੀਂ ਲੱਗਦਾ ਕਿ ਕੁਝ ਹੋਰ ਵੀ ਹੋ ਸਕਦਾ ਹੈ, ਕਿਉਂਕਿ ਉਹਦੀ ਅਵਸਥਾ ਮੁਤਾਬਕ ਆਮ ਜ਼ਿੰਦਗੀ ਵਿੱਚ ਉਹਦੀ ਵਾਪਸੀ ਸੰਭਵ ਨਹੀਂ ਸੀ। ਕਿਤਾਬ ਖਾੜਕੂ ਸੰਘਰਸ਼ ਦੀ ਸਾਖੀ, ਅਣਜਾਣੇ ਅਣਗੌਲੇ ਸਿਦਕੀ ਅਤੇ ਯੋਧੇ। ਲੇਖਕ ਭਾਈ ਦਲਜੀਤ ਸਿੰਘ, ਭਾਗ ਚੌਥਾ। ਆਵਾਜ਼ ਭਾਈ ਗੁਰਜੰਟ ਸਿੰਘ ਰੂਪਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।